ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਨ 1469 ਨੂੰ ਇਸ ਧਰਤੀ ਤੇ ਸਰੀਰਕ ਰੂਪ ਦੇ ਵਿੱਚ ਪੈਦਾ ਹੋਏ ਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ, ਮਾਤਾ ਤ੍ਰਿਪਤਾ ਦੀ ਪਿਆਰੀ ਕੁੱਖ ਤੋਂ ਪਿਤਾ ਮਹਿਤਾ ਕਾਲੂ, ਭੈਣ ਉਹਨਾਂ ਦੀ ਪਹਿਲਾਂ ਹੀ ਮੌਜੂਦ ਸੀ ਜੋ 5 ਸਾਲ ਵੱਡੇ ਸਨ, ਬੇਬੇ ਨਾਨਕੀ ਜੀ। ਤਾਂ ਗੁਰੂ ਨਾਨਕ ਸਾਹਿਬ ਦੇ ਉਸ ਪਵਿੱਤਰ ਅਸਥਾਨ ਨੂੰ ਜਿੱਥੇ ਸਤਿਗੁਰੂ ਜੀ ਪੈਦਾ ਹੋਏ, ਉਹ ਰਾਏ ਭੋਏ ਦੀ ਤਲਵੰਡੀ ਨੂੰ ਲੋਕਾਂ ਨੇ ਨਨਕਾਣਾ ਸਾਹਿਬ ਕਹਿਣਾ ਸ਼ੁਰੂ ਕੀਤਾ। ਇਹਦਾ ਮਤਲਬ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਹੈ, ਇੱਥੇ ਨਾਨਕ ਆਇਆ ਹੈ। ਉਹਨੂੰ ਕਿਹਾ ਗਿਆ ਨਾਨਕ ਆਣਾ, ਭਾਵ ਨਾਨਕ ਆਇਆ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਪੈਦਾ ਹੋਏ ਨੇ, ਉਹ ਪਵਿੱਤਰ ਜਗ੍ਹਾ ਨੂੰ ਦੁਨੀਆ ਦਾ ਹਰ ਇੱਕ ਉਹ ਬੰਦਾ ਸੀਸ ਨਿਵਾਉਂਦਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦਾ ਹੈ। ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਜਿਹੜੇ ਗੁਰਦੁਆਰੇ ਸਾਹਿਬ ਸਨ, ਉਹਨਾਂ ਦੇ ਵਿੱਚ ਉਹੀ ਲੋਕ ਕਾਬਜ ਰਹੇ ਜੋ ਉਸ ਟਾਈਮ ਗੁਰਦੁਆਰਿਆਂ ਦੇ ਵਿੱਚ ਕਾਬਜ ਸਨ, ਜਦੋਂ ਸਿੱਖਾਂ ਦੇ ਕੋਲ ਪਿੰਡਾਂ ਸ਼ਹਿਰਾਂ ਦੇ ਵਿੱਚ ਜਗ੍ਹਾ ਨਹੀਂ ਸੀ। ਗੌਰਮਿੰਟਾਂ ਨੇ ਉਹਨਾਂ ਨੂੰ ਬਾਗੀ ਕਰਾਰ ਕਰ ਦਿੱਤਾ ਸੀ, ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਸਿੱਖਾਂ ਦੀ ਕੱਟ ਵੱਢ ਹੁੰਦੀ ਸੀ, ਜਿੱਥੇ ਸਿੱਖ ਮਿਲ ਜਾਂਦਾ ਸੀ ਉਹਦਾ ਸਿਰ ਲਾਹ ਦਿੱਤਾ ਜਾਂਦਾ ਸੀ। ਬਹੁਤ ਬੁਰੀ ਤਰੀਕੇ ਨਾਲ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਤੇ ਹੋਰ ਪਤਾ ਨਹੀਂ ਕਿੰਨੀਆਂ ਜੰਗਾਂ ਹੋਈਆਂ। ਆਖਿਰਕਾਰ ਸਮਾਂ ਸਿੱਖਾਂ ਦੇ ਕੋਲ ਬੜਾ ਪਿਆਰਾ ਆ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਜੰਗਾਂ ਯੁੱਧਾਂ ਦੇ ਟਾਈਮ ਵੀ ਗੁਰਦੁਆਰੇ ਸਾਹਿਬ ਮੌਜੂਦ ਸਨ, ਪਰ ਉਹਨਾਂ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਨੂੰ ਸਾਂਭਣ ਵਾਲੇ ਜਿਹੜੇ ਸਨ, ਉਹ ਹਿੰਦੂ ਧਰਮ ਦੇ ਨਾਲ, ਸਨਾਤਨ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਬਜ਼ੁਰਗ ਸਨ, ਉਹ ਸਨ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਚੰਗੇ ਸੀ, ਬਹੁਤ ਸਾਰੇ ਮਾੜੇ ਸੀ। ਕਿਉਂਕਿ ਚੰਗਾ ਹੋਣਾ, ਮਾੜਾ ਹੋਣਾ ਇਹ ਜ਼ਰੂਰੀ ਨਹੀਂ ਕਿਸੇ ਕੌਮ ਨਾਲ ਜੁੜਿਆ ਹੈ। ਚੰਗਾ ਹੋਣਾ ਜਾਂ ਮਾੜਾ ਹੋਣਾ ਬੰਦੇ ਦੇ ਕਰਮਾਂ ਨਾਲ, ਬੰਦੇ ਦੀ ਸੋਚ ਨਾਲ ਜੁੜਿਆ। ਉਸ ਟਾਈਮ ਬਹੁਤ ਸਾਰੇ ਚੰਗੇ ਬਜ਼ੁਰਗ ਸਨ ਜਿਨ੍ਹਾਂ ਨੇ ਮਹੰਤੀ ਦੀ ਜਿਹੜੀ ਇੱਕ ਪਦਵੀ ਸੀ ਉਹ ਪ੍ਰਾਪਤ ਕਰਕੇ ਤਾਂ ਗੁਰਦੁਆਰੇ ਜਿਹੜੇ ਸਨ ਉਹਨਾਂ ਦੀ ਸੇਵਾ ਸੰਭਾਲ ਕੀਤੀ। ਪਰ ਉਹਨਾਂ ਦੇ ਵਿੱਚੋਂ ਕੁਝ ਐਸੇ ਕਲੰਕੀ ਪੈਦਾ ਹੋਏ, ਜਿਸ ਤਰ੍ਹਾਂ ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਇੱਕ ਐਸਾ ਕਲੰਕੀ ਬੰਦਾ ਸੀ ਸੁੰਦਰਦਾਸ, ਜਿਹਨੇ ਬਹੁਤ ਉੱਥੇ ਜ਼ੁਲਮ ਕੀਤੇ, ਬਹੁਤ ਇੱਦਾਂ ਦੇ ਕੰਮ ਕੀਤੇ ਜਿਨ੍ਹਾਂ ਨੂੰ ਇਸ ਸਟੇਜ ਤੇ ਬਹਿ ਕੇ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਇੱਦਾਂ ਦੇ ਕੁਕਰਮ ਉਹਨੇ ਉੱਥੇ ਕੀਤੇ। ਇਸ ਤਰ੍ਹਾਂ ਹੀ ਗੁਰੂ ਕਾ ਬਾਗ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਚਰਨਾਂ ਦੀ ਸ਼ੋਅ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਬਾਗ। ਗੁਰੂ ਕੇ ਬਾਗ ਦਾ ਜਿਹੜਾ ਮਹੰਤ ਸੀ ਉਹਨੇ ਵੀ ਬਹੁਤ ਕੁਕਰਮ ਕੀਤੇ, ਪਰ ਸਭ ਤੋਂ ਜ਼ਿਆਦਾ ਕੁਕਰਮਾਂ ਦੇ ਵਿੱਚ ਡਿਗਰੀ ਲੈਣ ਵਾਲਾ ਜਿਹੜਾ ਬੰਦਾ ਸੀ ਉਹ ਸੀ ਮਹੰਤ ਨਾਰਾਇਣ ਦਾਸ। ਇਹ ਨਨਕਾਣਾ ਸਾਹਿਬ ਦਾ ਮਹੰਤ ਹੈ। ਨਨਕਾਣਾ ਸਾਹਿਬ ਦੇ ਨਾਲ ਬਹੁਤ ਸਾਰੀ ਜ਼ਮੀਨ ਜਾਇਦਾਦ ਮਹਾਰਾਜਾ ਰਣਜੀਤ ਸਿੰਘ ਨੇ ਲਾ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਸਾਹਿਬਾਨਾਂ ਦੇ ਨਾਲ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਲਾਉਣ ਕਾਰਨ ਜਿਹੜੇ ਮਹੰਤ ਸਨ ਅਯਾਸ਼ੀ ਕਰਨ ਲੱਗ ਪਏ, ਮਾੜਿਆਂ ਕੰਮਾਂ ਵੱਲ ਜੁੜ ਗਏ, ਪੁੱਠੇ ਪਾਸੇ ਨੂੰ ਤੁਰ ਪਏ। ਹਾਲਾਤ ਇਹ ਹੋ ਗਏ ਕਿ ਕੱਲਾ ਨਨਕਾਣਾ ਸਾਹਿਬ ਦਾ ਜਿਹੜਾ ਗੁਰਦੁਆਰਾ ਸੀ, ਜਿਹੜਾ ਮਹੰਤ ਸੀ ਨਾਰਾਇਣ ਦਾਸ, ਜਿਹਨੂੰ ਨਰੈਣੂ, ਉਹਦੀਆਂ ਕਰਤੂਤਾਂ ਕਰਕੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਨਰੈਣੂ ਮਹੰਤ। ਇਹਦੇ ਤੋਂ ਪਹਿਲਾਂ ਵੀ ਜਿਹੜੇ 2 ਮਹੰਤ ਸਨ, ਉਹਨਾਂ 2 ਮਹੰਤਾਂ ਨੇ ਵੀ ਬੜੀ ਅੱਤ ਚੱਕੀ ਸੀ। ਸਿੱਖ ਬਹੁਤ ਸਮਝਾਉਂਦੇ ਸੀ, ਪਰ ਇੱਕ ਦਿਨ ਸਮਝਣਾ, ਦੂਜੇ ਦਿਨ ਫਿਰ ਉਹੀ ਕੁਕਰਮ ਕਰਨੇ ਸ਼ੁਰੂ ਕਰ ਦੇਣੇ। ਜਦੋਂ ਨਾਰਾਇਣ ਦਾਸ ਬੈਠਾ ਤੇ ਇਹਨੇ ਵੀ ਇਹੀ ਬੇਨਤੀ ਕੀਤੀ ਸੰਗਤ ਨੂੰ ਵੀ ਸੇਵਾ ਮੈਨੂੰ ਦੇ ਦਿਓ, ਮੈਂ ਪੰਥ ਦੀ ਆਗਿਆ ਮੁਤਾਬਕ ਤੁਰਾਂਗਾ। ਪਰ ਕੁਕਰਮ ਇੰਨੇ ਉੱਥੇ ਹੋ ਗਏ ਕਿ ਕੋਈ ਧੀ ਭੈਣ ਉੱਥੇ ਸੇਫ ਨਹੀਂ ਸੀ, ਕੋਈ ਬੱਚੀ ਉੱਥੇ ਸੇਫ ਨਹੀਂ ਸੀ। ਇੰਨਾ ਹੀ ਇਸ਼ਾਰਾ ਕਰ ਦੇਵਾਂ ਕਿ ਹਾਲਾਤ ਬਦ ਤੋਂ ਵੀ ਬਦਤਰ ਸਨ ਤੇ ਰਾਤ ਦਿਨ ਕੋਈ ਨਾ ਕੋਈ ਕਰਤੂਤ ਜਿਹੜੀ ਸੀ ਨਨਕਾਣਾ ਸਾਹਿਬ ਦੇ ਵਿੱਚ ਉਹ ਮਹੰਤ ਕਰਦਾ ਹੁੰਦਾ ਸੀ। ਇੱਥੋਂ ਤੱਕ ਕਿ ਬਹੁਤ ਵਾਰ ਉੱਥੇ ਨੰਗਾ ਨਾਚ ਹੁੰਦਾ ਸੀ, ਨਚਾਰਾਂ ਬੁਲਾਈਆਂ ਜਾਂਦੀਆਂ ਸਨ, ਨਚਾਰ ਬੁਲਾਏ ਜਾਂਦੇ ਸੀ। ਉੱਥੇ ਗੀਤ, ਸ਼ਰਾਬ, ਕਬਾਬ ਸਭ ਕੁਝ ਹੁੰਦਾ ਸੀ। ਬਹੁਤ ਵਾਰ ਨਨਕਾਣਾ ਸਾਹਿਬ ਦੇ ਸਰੋਵਰ ਵਿੱਚ ਜਿੱਥੇ ਇਸ਼ਨਾਨ ਕਰਨ ਵਾਸਤੇ ਸੰਗਤਾਂ ਹੁੰਦੀਆਂ ਸਨ, ਪੱਥਰਾਂ ਦੇ ਨਾਲ ਸਿਰ ਬੰਨ੍ਹ ਕੇ ਲਾਸ਼ ਵਿੱਚ ਸੁੱਟ ਦਿੱਤਾ ਜਾਂਦਾ ਸੀ। ਕੁਕਰਮ ਕਰਨ ਤੋਂ ਬਾਅਦ ਬੱਚੇ ਬੱਚੀਆਂ ਨੂੰ ਤੇ ਉਹਨਾਂ ਦੀਆਂ ਲਾਸ਼ਾਂ ਕੱਢੀਆਂ ਜਾਂਦੀਆਂ ਹੁੰਦੀਆਂ ਸਨ। ਬਹੁਤ ਕੁਝ ਹੋਇਆ। ਆਖਿਰਕਾਰ ਜਦੋਂ ਸਿਆਣੇ ਕਹਿੰਦੇ ਨੇ ਕਿਸੇ ਬੰਦੇ ਦੇ ਕੁਕਰਮਾਂ ਦਾ ਘੜਾ ਭਰ ਜਾਂਦਾ ਹੈ, ਪਾਪਾਂ ਦਾ ਘੜਾ ਭਰਦਾ ਹੈ, ਤੇ ਆਖਿਰਕਾਰ ਉਹਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ
ਇੱਕ 1921 ਦੀ ਗੱਲ ਕਰਨ ਲੱਗਾ ਮੈਂ। ਉਸ ਟਾਈਮ ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਨਰੈਣ ਨੂੰ ਸਮਝਾਇਆ ਜਾਏ। ਬਹੁਤੀ ਸੰਗਤ ਜਿਹੜੀ ਸੀ ਰੋਹ ਦੇ ਵਿੱਚ ਆਈ। ਉਹ ਕਹਿੰਦੇ ਇਹ ਬੰਦਾ ਸਮਝਾਉਣ ਵਾਲਾ ਨਹੀਂ ਹੈ। ਹੁਣ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਵੀ ਬੰਦਾ ਸਮਝਾਉਣ ਵਾਲਾ ਨਹੀਂ ਰਹਿ ਗਿਆ। ਇਹਦੇ ਪਾਪਾਂ ਦਾ ਘੜਾ ਭਰ ਗਿਆ, ਇਹਨੂੰ ਤਾਂ ਹੁਣ ਡੰਡਾ ਚਾਹੀਦਾ ਹੈ। ਸੰਗਤ ਬਹੁਤ ਰੋਹ ਦੇ ਵਿੱਚ ਆਈ ਕਿਉਂਕਿ ਕੁਕਰਮ ਬੜੇ ਦੇ ਹੋਏ ਸਨ। ਨਰੈਣ ਦਾਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਜਿਹੜੀ ਮੀਟਿੰਗ ਉੱਥੇ ਹੋਣੀ ਸੀ ਨਾ, ਨਨਕਾਣਾ ਸਾਹਿਬ ਦੇ ਵਿੱਚ ਮੀਟਿੰਗ ਹੋਣੀ ਸੀ, ਜਿੱਥੇ ਪੰਥ ਦੇ ਸਾਰੇ ਨੁਮਾਇੰਦਿਆਂ ਨੇ ਆਉਣੇ ਸੀ। ਮਾਰਚ ਦੇ ਵਿੱਚ ਹੋਣੀ ਸੀ, ਮਾਰਚ ਮਹੀਨੇ ਵਿੱਚ ਪੂਰੇ ਪੰਥ ਦੇ ਨੁਮਾਇੰਦੇ ਬੁਲਾਏ ਜਾਣੇ ਸੀ। ਉਹਨੇ ਪਹਿਲਾਂ ਹੀ ਪਲੈਨਿੰਗ ਤਿਆਰ ਕੀਤੀ। ਮਾਝੇ ਦੇ ਵਿੱਚੋਂ 10 ਨੰਬਰੀ ਬਹੁਤ ਵੱਡੇ ਵੱਡੇ ਜਿਹੜੇ ਗੁੰਡੇ ਸਨ, ਉਹਨਾਂ ਨੂੰ ਉਹਨੇ ਖਰੀਦ ਲਿਆ। 1 ਲੱਖ 1.5 ਲੱਖ ਦੇ ਲਾਗੇ ਚਾਗੇ ਰੁਪਈਆ ਉਸ ਟਾਈਮ ਉਹਨੇ ਦਿੱਤਾ, ਕਿਉਂਕਿ ਨਨਕਾਣਾ ਸਾਹਿਬ ਦੀ ਆਪਣੀ ਜਿਹੜੀ ਸਾਲਾਨਾ ਜਗੀਰ ਸੀ 1.5 ਲੱਖ ਤੋਂ ਵੱਧ ਸੀ। ਫਿਰ ਉਹਨੇ ਬਹੁਤ ਜ਼ਿਆਦਾ ਅਸਲਾ, ਬਰੂਦ ਤੇ ਤੇਲ ਦੇ ਪੀਪੇ, ਮਿੱਟੀ ਦੇ ਤੇਲ ਦੇ ਪੀਪੇ, ਹੋਰ ਪਤਾ ਨਹੀਂ ਕਿੰਨਾ ਸਮਾਨ ਉਹਨੇ ਨਨਕਾਣਾ ਸਾਹਿਬ ਦੇ ਵਿੱਚ ਇਕੱਤਰ ਕਰ ਲਿਆ ਸੀ। ਮੈਂ ਮੁੱਦੇ ਦੀ ਗੱਲ ਕਰਨ ਲੱਗਾ। ਮੀਟਿੰਗ ਜਿਹੜੀ ਸੀ ਉਹ ਰੱਦ ਕਰ ਦਿੱਤੀ ਗਈ ਕਿਉਂਕਿ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਭਾਣਾ ਵਾਪਰਨਾ ਹੈ। ਉਸ ਟਾਈਮ ਫਿਰ ਅਰਦਾਸ ਬੇਨਤੀ ਕਰਕੇ 2 ਸਿੰਘਾਂ ਨੇ ਆਪਣੇ ਜੱਥੇ ਤੋਰੇ। ਇੱਕ ਸਰਦਾਰ ਕਰਤਾਰ ਸਿੰਘ ਝੱਬਰ ਹੈ। ਇਹ ਗੱਲ ਬੜੀ ਤਵੱਜੋ ਦੇ ਕੇ ਧਿਆਨ ਨਾਲ ਸੁਣਨ ਵਾਲੀ ਹੈ ਕਿਉਂਕਿ ਆਨਲਾਈਨ ਵੀ ਕਾਫੀ ਸੰਗਤ ਸੁਣਦੀ ਹੈ ਗੁਰੂ ਘਰ ਦੇ ਪੇਜ ਤੋਂ। ਕਰਤਾਰ ਸਿੰਘ ਝੱਬਰ ਜਿਹਨੂੰ ਜਥੇਦਾਰ ਆਖਿਆ ਜਾਂਦਾ ਸੀ ਉਸ ਟਾਈਮ, ਅਤੇ ਦੂਸਰਾ ਜਥਾ ਸੀ ਜਿਹੜਾ ਮੇਨ ਜਥਾ ਜਿਹਨੇ ਕੁਰਬਾਨੀ ਦੇਣੀ, ਸਰਦਾਰ ਲਛਮਣ ਸਿੰਘ ਧਾਰੋਵਾਲੀ, ਇਹਨਾਂ ਦਾ ਜਥਾ ਸੀ। ਇਹਨਾਂ ਦੇ ਜਥੇ ਦੇ ਵਿੱਚ 3 ਬੀਬੀਆਂ ਵੀ ਸ਼ਾਮਲ ਸਨ ਜੋ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਜਥੇ ਤੋਂ ਵਾਪਸ ਤੋਰ ਦਿੱਤਾ ਗਿਆ ਸੀ, ਰਿਕਵੈਸਟ ਕਰਕੇ, ਬੇਨਤੀ ਕਰਕੇ। ਤੇ ਇਸ ਜਥੇ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਬੱਚਾ ਸੀ, 6-7 ਸਾਲ ਦੀ ਉਮਰ ਦਾ ਹੋਵੇਗਾ ਉਹ ਬੱਚਾ, ਦਰਬਾਰਾ ਸਿੰਘ, ਜਿਹੜਾ ਆਪਣੇ ਪਿਤਾ ਜਿਹੜਾ ਕਿ ਉਸ ਟਾਈਮ ਅੰਗਰੇਜ਼ ਗੌਰਮੈਂਟ ਦੇ ਵਿੱਚ ਫੌਜੀ ਸੀ, ਸਰਦਾਰ ਕੇਹਰ ਸਿੰਘ, ਉਹਨਾਂ ਦੇ ਨਾਲ ਹੀ ਉਹ ਆ ਗਿਆ ਸੀ ਕਿਉਂਕਿ ਕੇਹਰ ਸਿੰਘ ਦੀ ਆਪਣੀ ਧਰਮ ਪਤਨੀ ਨਹੀਂ ਸੀ। ਇਸ ਲਈ ਉਹ ਬੱਚੇ ਦਾ ਵਾਲੀ ਵਾਰਸ ਵੀ ਕੋਈ ਨਹੀਂ ਸੀ। ਦਾਦੀ ਸੀ, ਉਹ ਅੱਜ ਭਲਕੇ ਦੀ ਮਹਿਮਾਨ ਸੀ। ਉਹ ਬੱਚੇ ਨੇ ਕਿਹਾ ਵੀ ਮੈਂ ਵੀ ਤੁਹਾਡੇ ਨਾਲ ਹੀ ਜਾਣਾ। ਕੇਹਰ ਸਿੰਘ ਨੂੰ ਪਤਾ ਸੀ ਕੁਰਬਾਨੀਆਂ ਹੋ ਸਕਦੀਆਂ ਨੇ। ਉਹ ਬੱਚਾ ਜਿੱਦ ਕਰਕੇ ਬਹਿ ਗਿਆ। ਉਹ ਕਹਿੰਦਾ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਟਰੈਕਟ ਹੈ, ਛੋਟਾ ਜਿਹੀ ਨਿੱਕੀ ਜਿਹੀ ਕਿਤਾਬ ਹੈ ਚਿੱਟੇ ਰੰਗ ਦੀ, ਉਹਦੇ ਉੱਪਰ ਲਿਖਿਆ ਹੋਇਆ ਹੈ ਭਰੋਸੇ ਦਾ ਭਾਂਬੜ ਸਰਦਾਰ ਦਰਬਾਰਾ ਸਿੰਘ। ਇਹ ਗੂਗਲ ਤੇ ਵੀ ਤੁਹਾਨੂੰ ਮਿਲ ਜਾਏਗੀ। ਜੇ ਡੀਪਲੀ ਪੜ੍ਹਨਾ ਹੋਵੇ ਇਸ ਬੱਚੇ ਦੇ ਬਾਰੇ ਤੇ ਉਸ ਕਿਤਾਬ ਦੇ ਵਿੱਚ ਤੁਸੀਂ ਪੜ੍ਹ ਲਓ, ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ। 16-17 ਪੇਜ ਹੈ ਮਸਾਂ ਹੀ ਕਿਤਾਬ ਦੇ। ਕਹਿੰਦੇ ਸਰਦਾਰ ਕਰਤਾਰ ਸਿੰਘ ਝੱਬਰ ਦਾ ਜਥਾ ਤੁਰਿਆ, ਲਛਮਣ ਸਿੰਘ ਧਾਰੋਵਾਲੀ ਦਾ ਜਥਾ ਤੁਰਿਆ, ਲੇਕਿਨ ਦੂਸਰੇ ਪਾਸੇ ਜਿਹੜਾ ਮਹੰਤ ਨਰੈਣ ਦਾਸ ਸੀ, ਉਹ ਦੁਸ਼ਟ ਨੂੰ ਵੀ ਪਤਾ ਲੱਗ ਗਿਆ ਵੀ ਸਿੱਖ ਜਥੇ ਲੈ ਕੇ ਆ ਰਹੇ। ਹੁਣ ਗੱਲ ਕੀ ਹੋਈ ਇੱਥੇ? ਸਿੱਖ ਜਥੇ ਲੈ ਕੇ ਕਿਉਂ ਤੁਰੇ ਸੀ? ਕਿਉਂਕਿ ਸਿੱਖਾਂ ਨੂੰ ਪਤਾ ਲੱਗਾ ਕਿ ਮਹੰਤ ਨਰੈਣ ਦਾਸ ਨੇ ਲਾਹੌਰ ਜਾਣਾ, ਕਿਸੇ ਸਨਾਤਨ ਧਰਮ ਦੀ ਮੀਟਿੰਗ ਹੋਣੀ ਸੀ, ਉੱਥੇ ਜਾਣਾ ਸੀ ਇਹਨੇ, ਤੇ ਇਹ ਮੁੱਖ ਮਹਿਮਾਨ ਸੀ, ਚੀਫ ਗੈਸਟ ਸੀ ਉੱਥੋਂ ਦਾ। ਤੇ ਕਹਿੰਦੇ ਨੇ ਕਿ ਸਿੱਖਾਂ ਨੂੰ ਪਤਾ ਲੱਗਾ ਤੇ ਸਿੱਖਾਂ ਨੇ ਕਿਹਾ ਵੀ ਇਹ ਮੌਕਾ ਬੜਾ ਵਧੀਆ, ਮਹੰਤ ਨੇ ਉੱਥੇ ਹੋਣਾ ਨਹੀਂ ਤੇ ਜਾ ਕੇ ਆਪਾਂ ਕਬਜ਼ਾ ਲੈ ਲਵਾਂਗੇ ਗੁਰਦੁਆਰਾ ਸਾਹਿਬ ਦਾ, ਤੇ ਇਸ ਮਹੰਤ ਨੂੰ ਬਾਅਦ 'ਚ ਜੋ ਡੰਡਾ ਪਰੇਡ ਦੀ ਕਰਨੀ ਬਾਅਦ 'ਚ ਕਰਾਂਗੇ, ਪਹਿਲਾਂ ਤਾਂ ਜਾ ਕੇ ਕਬਜ਼ਾ ਲਈਏ। ਮਹੰਤ ਨੇ ਸ਼ਾਮ ਨੂੰ ਤੁਰਨਾ ਸੀ। ਸ਼ਾਮ ਨੂੰ ਮਹੰਤ ਅਜੇ ਟ੍ਰੇਨ 'ਚ ਬੈਠਾ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਝਾੜੂ ਫੇਰਾ ਕਰਨ ਵਾਲੀ ਇੱਕ ਔਰਤ ਸੀ ਜੋ ਮਹੰਤ ਦੀ ਬੜੀ ਵਫਾਦਾਰ ਸੀ। ਕਿਉਂਕਿ ਮੈਂ ਇੱਥੇ ਕਿਸੇ ਜਾਤ ਦਾ ਨਾਮ ਨਹੀਂ ਲੈਂਦਾ, ਫਿਰ ਗੱਲ ਵੱਧਦੀ ਹੈ। ਉਹ ਮਹੰਤ ਦੇ ਕੋਲ ਪਹੁੰਚੀ। ਮਹੰਤ ਟ੍ਰੇਨ 'ਚ ਬੈਠਾ ਹੈ ਤੇ ਟ੍ਰੇਨ ਤੁਰਨ ਵਾਲੀ ਹੈ। ਉਹਨੇ ਮਹੰਤ ਨੂੰ ਜਾ ਕੇ ਕਿਹਾ, ਮਹੰਤਾ ਚੱਲੇ ਐ? ਤੈਨੂੰ ਪਤਾ ਹੈ ਅਕਾਲੀ ਕਬਜ਼ਾ ਲੈਣ ਵਾਸਤੇ ਤੁਰੇ ਐ ਤੇ ਕੱਲ ਉਹਨਾਂ ਨੇ ਇੱਥੇ ਨਨਕਾਣਾ ਸਾਹਿਬ ਪਹੁੰਚਣਾ, ਕਬਜ਼ਾ ਲੈ ਲੈਣਾ। ਉਹਨਾਂ ਸਮਿਆਂ ਦੇ ਵਿੱਚ ਅਕਾਲੀ ਸ਼ਬਦ ਬੜਾ ਮਾਣ ਸਤਿਕਾਰ ਤੇ ਇੱਜ਼ਤ ਵਾਲਾ ਹੁੰਦਾ ਸੀ। ਅਕਾਲੀ ਜਦੋਂ ਉਹਨੇ ਸੁਣਿਆ ਵੀ ਅਕਾਲੀ ਆ ਰਹੇ ਤੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਗੁੰਡਿਆਂ ਦਾ ਪ੍ਰਬੰਧ ਤਾਂ ਪਹਿਲਾਂ ਕੀਤਾ ਸੀ, ਰਾਤੋਂ ਰਾਤ ਉਹਨੇ ਐਡਾ ਵੱਡਾ ਪ੍ਰਬੰਧ ਕਰ ਲਿਆ ਕਿ ਦਿਨੇ ਉਹਨੇ ਇਹ ਸੋਚ ਲਿਆ ਸੀ ਵੀ ਕਿਸੇ ਨੂੰ ਨਹੀਂ ਛੱਡਣਾ। ਜਿੰਨੇ 10 ਨੰਬਰੀਏ ਗੁੰਡੇ ਉਹਨੇ ਮੰਗਵਾਏ ਸੀ, ਮਾਝੇ ਦੇ ਮਝੈਲੀਏ ਸਨ ਸਾਰੇ ਉਹ, ਤਾਂ ਉਹਨਾਂ ਨੂੰ ਉਹਨੇ ਰਾਤੋਂ ਰਾਤ ਸ਼ਰਾਬਾਂ ਪਿਲਾਈਆਂ, ਉਹਨਾਂ ਨੂੰ ਬੰਦੂਕਾਂ ਦਿੱਤੀਆਂ
ਉਹਨਾਂ ਨੂੰ ਗੰਡਾਸੇ ਦਿੱਤੇ, ਦਾਤਰ ਦਿੱਤੇ ਵੀ ਜਿੱਦਾਂ ਹੋ ਸਕੇ ਛੱਡਣਾ ਨਹੀਂ ਕੋਈ ਵੀ ਜਿਹੜਾ ਅੰਦਰ ਆ ਗਿਆ। ਅੰਮ੍ਰਿਤ ਵੇਲੇ ਨਨਕਾਣਾ ਸਾਹਿਬ ਦਾ ਗੇਟ ਖੁੱਲ ਚੁੱਕਾ ਸੀ। ਇਹ 21 ਦਾ ਸਾਕਾ ਹੈ ਤੇ ਅੰਮ੍ਰਿਤ ਵੇਲੇ ਗੁਰੂ ਕੇ ਪਿਆਰੇ ਪਹੁੰਚਦੇ ਨੇ ਉੱਥੇ। ਜਦੋਂ ਕਰਤਾਰ ਸਿੰਘ ਝੱਬਰ ਅਤੇ ਲਛਮਣ ਸਿੰਘ ਧਾਰੂਵਾਲੀ ਦੇ ਜਥੇ ਦੇ ਬਾਰੇ ਪਤਾ ਲੱਗਾ, ਗੁਰੂ ਕੇ ਪਿਆਰੇ ਸਿੰਘਾਂ ਨੂੰ, ਕਿ ਇਹ ਤੁਰ ਪਏ ਹੈ ਤੇ ਦੂਸਰੇ ਪਾਸੇ ਮਹੰਤ ਨੇ ਵੀ ਯੋਗ ਇੰਤਜ਼ਾਮ ਕੀਤੇ ਹੈ ਤੇ ਜਿਹੜਾ ਚਲਾ ਗਿਆ ਨਨਕਾਣਾ ਸਾਹਿਬ ਦੇ ਅੰਦਰ ਉਹ ਬਚ ਕੇ ਵਾਪਸ ਨਹੀਂ ਆਉਣਾ। ਕਹਿੰਦੇ ਨੇ ਸਰਦਾਰ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਉਹਨੂੰ ਤਿਆਰ ਕੀਤਾ ਗਿਆ। ਦਲੀਪ ਸਿੰਘ ਨੇ ਰਾਤੋਂ ਰਾਤ ਘੋੜੇ ਉੱਤੇ ਚੜ੍ਹ ਕੇ ਜਥੇ ਲੱਭੇ, ਪਰ ਇੱਕ ਜਥਾ ਹੀ ਮਿਲਿਆ ਉਹਨੂੰ, ਕਰਤਾਰ ਸਿੰਘ ਝੱਬਰ ਦਾ। ਉਹਨੂੰ ਬੇਨਤੀ ਕਰਕੇ ਮਨਾ ਲਿਆ ਵੀ ਤੁਸੀਂ ਵਾਪਸ ਚਲੇ ਜਾਓ। ਕਰਤਾਰ ਸਿੰਘ ਉਹਨਾਂ ਨੇ ਕਿਹਾ ਲਛਮਣ ਸਿੰਘ ਵਾਲਾ ਜਥਾ, ਉਹ ਕਹਿੰਦੇ ਮੈਂ ਲੱਭ ਲਵਾਂਗਾ। ਦਲੀਪ ਸਿੰਘ ਕਹਿੰਦੇ ਲੱਭ ਲਵਾਂਗਾ। ਸਾਰੀ ਰਾਤ ਘੋੜੇ ਤੇ ਵਿਚਾਰਾ ਤੁਰਿਆ ਫਿਰਦਾ ਰਿਹਾ। ਅੰਮ੍ਰਿਤ ਵੇਲੇ ਜਦੋਂ ਅਰਦਾਸ ਹੋ ਚੁੱਕੀ ਸੀ ਉਦੋਂ ਦਲੀਪ ਸਿੰਘ ਆ ਗਿਆ। ਹੁਣ ਵੇਖੋ ਪੁਰਾਤਨ ਜਿਹੜੇ ਸਿੱਖ ਸਨ, ਅਜੇ ਬਹੁਤੀ ਦੂਰ ਦੀ ਗੱਲ ਨਹੀਂ ਹੈ, ਆ ਹੁਣ ਦੀ ਗੱਲ ਹੈ। ਸਿੰਘਾਂ ਨੇ ਅਰਦਾਸ ਬੇਨਤੀ ਕਰਤੀ ਸੀ, ਸਤਿਗੁਰੂ ਜੀ ਤੇਰੇ ਘਰ ਦੀ ਮਾਣ ਮਰਿਆਦਾ ਨੂੰ ਅਸੀਂ ਦੁਬਾਰਾ ਫੇਰ ਚਾਲੂ ਕਰਨਾ ਹੈ, ਇਹਦੇ ਲਈ ਆਪਾਂ ਜਾ ਰਹੇ ਹਾਂ, ਚਾਹੇ ਕੁਰਬਾਨੀਆਂ ਵੀ ਕਿਉਂ ਨਾ ਹੋ ਜਾਣ। ਤੇ ਅਰਦਾਸ ਹੈ ਕਿ ਸਾਡੀ ਕੁਰਬਾਨੀ ਜਾਇਆ ਨਾ ਜਾਏ, ਅਰਦਾਸ ਹੈ ਕਿ ਸਾਡਾ ਸਦਕ ਨਾ ਡੋਲੇ। ਕਹਿੰਦੇ ਨੇ ਦਲੀਪ ਸਿੰਘ ਨੇ ਆ ਕੇ ਬੇਨਤੀ ਕੀਤੀ, ਜਥੇਦਾਰ ਸਾਹਿਬ ਵਾਪਸ ਮੁੜ ਜਾਓ। ਸਾਰੀ ਗੱਲ ਸੁਣਾਈ ਵੀ ਤੁਸੀਂ ਵਾਪਸ ਨਹੀਂ ਮੁੜਨਾ, ਕਿਉਂਕਿ ਉਹ ਇੰਤਜ਼ਾਮ ਬੜੇ ਖਤਰਨਾਕ ਉਹਨੇ ਕੀਤੇ ਨੇ ਮਹੰਤ ਨੇ। ਜਥੇਦਾਰ ਸਾਹਿਬ ਨੇ ਕਿਹਾ ਵੀ ਜਿੰਨੇ ਜਾਣਾ ਜਾਓ, ਮੈਂ ਤੇ ਬਾਬਾ ਦੀਪ ਸਿੰਘ ਦਾ ਪੁਜਾਰੀ ਹਾਂ। ਇੱਕ ਵਾਰੀ ਲਕੀਰ ਖਿੱਚ ਦਿੱਤੀ, ਵਾਪਸ ਨਹੀਂ ਮੁੜਨਾ। ਆਖੋ ਸਤਨਾਮ। ਅਰਦਾਸ ਕਰ ਦਿੱਤੀ ਤੇ ਗੁਰੂ ਦਾ ਸਿੱਖ ਅਰਦਾਸ ਕਰਕੇ ਵਾਪਸ ਨਹੀਂ ਮੁੜਦਾ। ਇੱਥੇ ਇੱਕ ਬੜੀ ਪਿਆਰੀ ਕਵਿਤਾ ਲਿਖੀ ਕਿਸੇ ਨੇ, ਉਹ ਕਹਿੰਦਾ ਸਦਕੀ ਦਿਲਾਂ ਨੂੰ ਵੇਖ ਲਓ। ਵਿਧਾਤਾ ਸਿੰਘ ਤੀਰ ਨੂੰ ਜਿਨ੍ਹਾਂ ਨੇ ਪੜ੍ਹਿਆ ਹੋਵੇਗਾ, ਬੜੇ ਫੇਮਸ ਕਵੀ ਨੇ। ਸਿੱਦਕੀ ਦਿਲਾਂ ਨੂੰ ਵੇਖ ਲਓ ਜਾਂ ਸੱਦਿਆ ਦਿਲਦਾਰ ਨੇ, ਮਸਤੀ ਦੇ ਅੰਦਰ ਆਣ ਕੇ ਲੀਤਾ ਹੁਲਾਰਾ ਪਿਆਰ ਨੇ। ਸੰਸਾਰ ਦਾ ਮੋਹ ਤੋੜਿਆ, ਪਰਿਵਾਰ ਦਾ ਮੋਹ ਤੋੜਿਆ, ਭਾਈਆਂ ਨੂੰ ਕੱਲਿਆਂ ਛੱਡਿਆ ਤੇ ਨਾਰ ਦਾ ਮੋਹ ਤੋੜਿਆ। ਭੈਣਾਂ ਨੇ ਜੇਕਰ ਰੋਕਿਆ, ਨੈਣਾ ਚੋਂ ਹੰਝੂ ਕੇਰ ਕੇ ਉਹਨਾਂ ਨੂੰ ਰਾਜੀ ਕਰ ਲਿਆ, ਝੱਟ ਹੱਥ ਸਿਰ ਤੇ ਫੇਰ ਕੇ। ਬਾਪੂ ਦੀ ਕੀਤੀ ਬੰਧਨਾ, ਅੰਮੀ ਦਾ ਮੋਹ ਜਾਂ ਜਾਗਿਆ, ਪਾ ਅੰਤਲੀ ਗਲਵਕੜੀ, ਭਰ ਨੈਣ ਲੀਤੀ ਆ ਗਿਆ। ਇਹਦਾ ਮਤਲਬ ਸੀ ਕਿ ਉਹ ਗੁਰੂ ਦੇ ਪਿਆਰੇ ਜਦੋਂ ਆਪਣੇ ਘਰੋਂ ਚੱਲੇ, ਉਹਨਾਂ ਨੂੰ ਪਤਾ ਸੀ ਕੁਰਬਾਨੀਆਂ ਹੋਣੀਆਂ ਨੇ। ਬਥੇਰਾ ਜ਼ੋਰ ਲਾਇਆ ਦਲੀਪ ਸਿੰਘ ਹੋਣਾ ਨੇ, ਪਰ ਗੱਲ ਨਾ ਬਣੀ। ਵਰਿਆਮ ਸਿੰਘ ਹੋਣਾ ਦੀ ਫੈਕਟਰੀ ਸੀ, ਨਾਲ ਹੀ ਕਾਰਖਾਨਾ ਸੀ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ। ਦਲੀਪ ਸਿੰਘ ਦਾ ਵਰਿਆਮ ਸਿੰਘ ਹੋਣਾ ਨਾਲ ਬੜਾ ਪਿਆਰ ਸੀ। ਵਰਿਆਮ ਸਿੰਘ ਤੇ ਦਲੀਪ ਸਿੰਘ ਦੋਨੋਂ ਕਾਰਖਾਨੇ 'ਚ ਬਹਿ ਗਏ, ਇਹੀ ਸੋਚੀ ਜਾਂਦੇ ਕੀ ਕਰੀਏ ਕੀ ਕਰੀਏ ਕੀ ਕਰੀਏ, ਗੱਲ ਨਹੀਂ ਬਣੀ। ਇਤਿਹਾਸਕਾਰ ਕਹਿੰਦੇ ਨੇ ਕਿ ਜਥਾ ਜਿਹੜਾ ਸੀ ਅੰਮ੍ਰਿਤ ਵੇਲਾ ਹੋਇਆ, ਗੇਟ ਖੁੱਲ ਚੁੱਕਾ ਸੀ, ਅੰਦਰ ਪਹੁੰਚ ਗਿਆ। ਪਹਿਲਾਂ ਤਾਂ ਕੁਝ ਨਾ ਹੋਇਆ। ਭਾਈ ਸਾਹਿਬ ਭਾਈ ਲਛਮਣ ਸਿੰਘ ਧਾਰੋਵਾਲ ਉਹ ਸਿੱਧੇ ਬਾਬਾ ਜੀ ਦੀ ਤਾਬਿਆ ਜਾ ਕੇ ਬਹਿ ਗਏ। ਉਹਨਾਂ ਨੇ ਆਸਾ ਦੀ ਵਾਰ ਦਾ ਜਿਹੜਾ ਪਾਠ ਸੀ ਜਾਂ ਕੀਰਤਨ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਿੱਖ ਬਾਹਰ ਪਹਿਰਾ ਦੇਣ ਲੱਗ ਪਏ, ਕੁਝ ਸਿੱਖ ਬਾਹਰ ਟਹਿਲਣ ਲੱਗ ਪਏ। ਇਦਾਂ ਹੀ ਬਹਿ ਕੇ ਗੁਰੂ ਦੇ ਪਿਆਰੇ ਨਾਮ ਜਪਣ ਲੱਗ ਪਏ। ਦਲੀਪ ਸਿੰਘ ਹੁਣੀ ਕਾਰਖਾਨੇ ਵਿੱਚ ਵਰਿਆਮ ਸਿੰਘ ਹੁਣਾਂ ਦੇ ਕੋਲ ਬੈਠੇ ਹੋਏ ਸੀ। ਅਚਨਚੇਤ ਕੀ ਹੋਇਆ, ਨਨਕਾਣਾ ਸਾਹਿਬ ਦਾ ਜਿਹੜਾ ਬਾਹਰਲਾ ਹਿੱਸਾ ਹੈ ਨਾ, ਡਿਉੜੀ ਵਾਲਾ, ਉੱਥੇ ਜਿਹੜੀ ਸੰਗਤ ਖੜੀ ਸੀ ਉਹਨਾਂ ਉੱਤੇ ਗੋਲੀਆਂ ਦੀ ਬੁਛਾੜ ਹੋ ਗਈ। ਗੋਲੀਆਂ ਚੱਲੀਆਂ ਤੇ ਗੋਲੀਆਂ ਜਿਹੜੀਆਂ ਸੀ ਉਹ ਜਿਹੜੇ ਉੱਪਰ ਗੁੰਡੇ ਸਨ, ਜਿਹੜੇ ਪਹਿਲਾਂ ਹੀ ਬੈਠੇ ਹੋਏ ਸੀ ਸੂਹ ਰੱਖ ਕੇ, ਉਹਨਾਂ ਨੇ ਚਲਾਈਆਂ। ਬਹੁਤ ਸਾਰੇ ਜਿਹੜੇ ਸਿੱਖ ਸਨ ਧੜਮਕਾ ਦੇ ਉੱਥੇ ਡਿੱਗ ਪਏ। ਉੱਤੇ ਕੁਝ ਸ਼ਹੀਦ ਹੋ ਗਏ, ਕੁਝ ਅੱਧ-ਮੋਏ ਪਏ ਰਹਿ ਗਏ। ਉਹਦੇ ਤੋਂ ਬਾਅਦ ਜਿੰਨੇ ਗੁੰਡੇ ਸਨ, ਬਦਮਾਸ਼ ਵੱਡੇ ਵੱਡੇ ਮੰਗਾਏ ਸੀ ਉਹਨੇ, ਸਾਰਿਆਂ ਨੇ ਸ਼ਰਾਬਾਂ ਪੀਤੀਆਂ ਸੀ। ਮਹੰਤ ਨਰੈਣ ਦਾਸ ਨੇ ਵੀ ਸ਼ਰਾਬ ਪੀਤੀ ਸੀ। ਉਹ ਹੇਠਾਂ ਆ ਗਏ ਤੇ ਜਿਹੜਾ ਦਰਵਾਜ਼ਾ ਸੀ ਇੱਕਦਮ ਬੰਦ ਕਰ ਦਿੱਤਾ। ਨਨਕਾਣਾ ਸਾਹਿਬ ਦਾ ਜਿੱਥੇ ਬਾਬਾ ਜੀ ਦੀ ਬੀੜ ਪਈ ਹੋਈ ਸੀ, ਮੇਨ ਸਥਾਨ, ਬੰਦ ਕਰ ਦਿੱਤਾ। ਅੰਦਰੋਂ ਡੋਰ ਲਾ ਦਿੱਤੀ। ਉਹਨਾਂ ਨੇ ਦਰਵਾਜ਼ਾ ਤੋੜਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਨਾ ਟੁੱਟਾ। ਫਿਰ ਉਹਨਾਂ ਨੇ ਦਰਵਾਜ਼ੇ ਥਾਣੀ ਹੀ ਗੋਲੀਆਂ ਇੱਦਾਂ ਚਲਾਈਆਂ। ਜਿਹੜੀਆਂ ਗੋਲੀਆਂ ਸੀ ਬਾਬਾ ਜੀ ਦੀ ਬੀੜ ਵਿੱਚ ਲੱਗੀਆਂ। ਲਛਮਣ ਸਿੰਘ ਧਾਰੋਵਾਲੀ ਜਿਹੜੇ ਸੀ ਬਾਬਾ ਜੀ ਤਾਬਿਆ ਬੈਠੇ ਹੋਏ ਸੀ, ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹ ਅੱਧੇ ਜਿਉਂਦੇ ਸੀ ਤੇ ਅੱਧੇ ਸਮਝ ਲਓ ਅੱਧ ਮੋਇਆ ਸਰੀਰ ਸੀ, ਜਿਹੜਾ ਬਾਬਾ ਜੀ ਤਾਬਿਆ ਉੱਪਰ ਡਿੱਗ ਚੁੱਕਾ ਸੀ। ਇਤਿਹਾਸਕਾਰ ਕਹਿੰਦੇ ਮਹਾਰਾਜ ਦੀ ਤਾਬਿਆ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਸਨ ਅੱਜ ਵੀ ਮੌਜੂਦ ਹੈ ਤੇ ਬਲੱਡ ਵੀ ਉੱਥੇ ਬਹੁਤ ਖਿਲਰ ਚੁੱਕਾ ਸੀ। ਅੰਦਰ ਵੀ ਜਿਹੜੇ ਸਿੱਖ ਸੀ ਉਹ ਵੀ ਸ਼ਹੀਦ ਹੋ ਚੁੱਕੇ ਸੀ।
बाहर जिहड़े सिख सी अदम होए सन, कई शहीद हो चुके सन। हेठां सारे ही जिन्हां ने शराबां पीतीआं सन, गुंडे बदमाश जिहड़े उन्हें उत्थे पाले होए सी, हेठां आए। उन्हां दे कोल दातर सन, कुहाड़ियां सन, गंडासे सन। उन्हां ने किसी दी लत्त नहीं छड्डी, किसी दी बांह नहीं छड्डी, किसी दा सिर नहीं छड्डिया। ये सारा कुछ अगले दिन प्रोफैसर सहब सिंह होना ने अपने अखीं देखिया सी, जदों कि दर्शन करने वाली संगत दे नाल अंदर गए सन। उन्होंने अपनी लाइफ स्टोरी विच लिखिया 80 सिर कहते मैं खुद गिने सी, 80 सिर जिहड़े धड़ तो अलग होए पए सन, 80 सिर गिने सी। उन्होंने कहा मैं अपनी अखीं देखिया कंगे केसां दे समेत जमीन दे नाल जिहड़ा खून सी सुक चुका सी, लपटे होए सी, बावां लत्तां अलग सन सारियां। उन्होंने ऐसी उत्थे कट वड्ड कीती, शराबी सन सारे। उन्होंने ये नहीं देखा कोई बजुर्ग है, कोई जवान है। बुरी तरीके दे नाल उन्होंने वड्डना शुरू कर दिता। बहुत सारे शहीद हो गए, बहुत सारे अदमोए सन। उन्होंने सारे वालों तो पकड़ के घसीट घसीट के ना खून इस तरीके नाल उत्थे फैलिया होया सी, घसीट दा ना किसी नूं घसीटी दे निशान पे हुंदे ने, कहंदे इदां दे निशान सी सारे फर्श उत्ते। घसीट घसीट के लाशां नूं ते अदमोए गुरु दे प्यारिआं नूं उन्हां ने एक बहुत वड्डा जिहड़ा सी ना वो एक चिका तैयार कर दित्ती, एक ढेर लगा दिता, बहुत वड्डा ढेर लगा के उहदे उत्ते ते मिट्टी दा तेल तां पहिलां ही सी उन्हां दे कोल। उन्हां ने सिद्धा ही मिट्टी दे तेल दे पीपे सुट्टे। बहुत सारे गुरु दे प्यारे सन जिहड़े सिसकरे सी, उन्हां नूं बचाया जा सकदा सी, पर जिउंदियां ही उन्हां दे उत्ते मिट्टी दा तेल सुੱਟ के ते उन्हां नूं अग लगा दित्ती। ननकाणा साहिब दे अंदर दी गल है। ਉਹਦੇ ਤੋਂ ਬਾਅਦ ਰਹਿ ਗਏ ਭਾਈ ਲਛਮਣ ਸਿੰਘ ਧਾਰੋਵਾਲੀ। ਉਹ ਬਾਬਾ ਜੀ ਦੀ ਤਾਬਿਆ ਸਨ। ਉਹਨਾਂ ਨੇ ਦਰਵਾਜ਼ਾ ਤੋੜਿਆ, ਅੰਦਰ ਜਿਹੜੇ ਸਿੱਖ ਸਨ ਉਹਨਾਂ ਨੂੰ ਵੱਢਿਆ ਕੱਟਿਆ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜਦੋਂ ਉਹ ਮਾਰਨ ਲੱਗੇ ਤੇ ਘੋੜੇ ਤੇ ਸਵਾਰ ਸੀ ਨਰੈਣੂ ਮਹੰਤ, ਸ਼ਰਾਬ ਪੀਤੀ ਹੋਈ ਸੀ, ਮੂੰਹ ਬੱਧਾ ਹੋਇਆ ਸੀ ਉਹਨੇ। ਉਹ ਕਹਿ ਰਿਹਾ ਸੀ ਇੱਕ ਨੂੰ ਨਹੀਂ ਛੱਡਣਾ, ਮਾਰ ਦੋ ਸਾਰਿਆਂ ਨੂੰ। ਭਾਈ ਕੇਰ ਸਿੰਘ ਵੀ ਸ਼ਹੀਦ ਹੋ ਗਏ। ਉਹਨਾਂ ਦਾ ਬੱਚਾ ਕਿੱਥੇ ਗਿਆ? ਹੁਣ ਇਹ ਸੁਣਨ ਵਾਲੀ ਗੱਲ ਹੈ। ਭਾਈ ਕੇਰ ਸਿੰਘ ਦਾ ਪੁੱਤਰ ਸੀ 6-7 ਸਾਲ ਦੀ ਉਮਰ ਦਾ ਦਰਬਾਰਾ ਸਿੰਘ। ਬਾਬਾ ਜੀ ਦਾ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਛੋਟੀ ਜਿਹੀ ਇੱਕ ਅਲਮਾਰੀ ਸੀ, ਲੱਕੜ ਦੀ ਬਣੀ ਹੋਈ ਕੰਧ ਦੇ ਨਾਲ। ਉਸ ਲੱਕੜ ਦੀ ਅਲਮਾਰੀ ਵਿੱਚ ਬੱਚੇ ਨੂੰ ਡੱਕ ਕੇ ਬਾਹਰ ਲਾਕ ਕਰ ਦਿੱਤਾ ਤੇ ਬੱਚੇ ਨੂੰ ਸਮਝਾ ਦਿੱਤਾ ਪੁੱਤ ਤੇਰੀ ਆਵਾਜ਼ ਵੀ ਨਾ ਆਵੇ, ਜੋ ਹੋ ਰਿਹਾ ਹੋਣ ਦੇ, ਆਵਾਜ਼ ਵੀ ਨਾ ਆਵੇ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਕੇਸਾਂ ਤੋਂ ਫੜ ਕੇ ਬਾਬਾ ਜੀ ਦੀ ਤਾਬਿਆ ਤੋਂ ਹੀ ਘਸੀਟ ਕੇ ਉਹਨਾਂ ਨੇ ਬਾਹਰ ਜੰਡ ਸੀ, ਜੰਡ ਦਾ ਦਰਖਤ ਸੀ ਜੋ ਅੱਜ ਵੀ ਮੌਜੂਦ ਹੈ ਨਨਕਾਣਾ ਸਾਹਿਬ ਦੇ ਵਿੱਚ। ਉਹਨਾਂ ਨੇ ਉਹਦੇ ਨਾਲ ਪੁੱਠਾ ਲੱਤਾਂ ਕਰਕੇ ਤੇ ਉਹਨਾਂ ਨੂੰ ਬੰਨ੍ਹ ਦਿੱਤਾ। ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਇਹਦਾ ਕੀ ਕੀਤਾ ਜਾਏ, ਤੇ ਨਰੈਣੂ ਮਹੰਤ ਨੇ ਕਿਹਾ ਵੀ ਇਹਦੇ ਤੇ ਇਹਨੂੰ ਤੇਲ ਪਾਓ ਪਿਲਾਂ ਦੇ ਉੱਤੇ। ਤੇਲ ਪਾਇਆ, ਜਿਉਂਦੇ ਸਨ ਭਾਈ ਸਾਹਿਬ ਹੁਣੀ। ਤੇਲ ਪਾ ਕੇ ਤੇ ਉਹਨਾਂ ਨੂੰ ਜਿਉਂਦਿਆਂ ਉਹਨਾਂ ਦੇ ਸਰੀਰ ਨੂੰ ਅੱਗ ਲਗਾਈ। ਇੱਕ ਵਿਦਵਾਨ ਨੇ ਬੜੀ ਸੋਹਣੀ ਉੱਥੇ ਗੱਲ ਆਖੀ। ਉਹ ਕਹਿੰਦੇ ਨੇ ਲਛਮਣ ਸਿੰਘ ਇੱਕ ਸਿੱਖ ਗੁਰੂ ਦਾ ਜਿਹਦੀ ਲਾਸ਼ ਜੰਡ ਨਾਲ ਲਟਕੇ, ਇੱਕ ਪਾਪੀ ਜਰਵਾਣਾ ਫੜ ਕੇਸਾਂ ਨੂੰ ਮਾਰੇ ਝਟਕੇ, ਕੇਸ ਵੀ ਸੜ ਗਏ, ਜੰਡ ਵੀ ਸੜ ਗਿਆ, ਸੜ ਗਈਆਂ ਜੰਡ ਦੀਆਂ ਟਾਹਣਾਂ, ਪਰ ਅਰਸ਼ੋਂ ਇੱਕ ਆਵਾਜ਼ ਆਈ ਮੇਰਾ ਸੁਖੀ ਵਸੇ ਨਨਕਾਣਾ। ਗੁਰੂ ਦੇ ਜਿਹੜੇ ਪਿਆਰੇ ਸਨ 150 ਦੇ ਕਰੀਬ, ਸਾਰੇ ਦੇ ਸਾਰੇ ਹੀ ਸ਼ਹੀਦ ਹੋ ਗਏ। ਬਹੁਤ ਹੀ ਦਰਦਨਾਕ ਇੱਕ ਹਾਦਸਾ ਸੀ। ਉਹਨਾਂ ਨੇ ਕਿਤੇ ਉਸ ਬੱਚੇ ਦੀ ਨਾ ਰੋਂਦੇ ਦੀ ਆਵਾਜ਼ ਸੁਣ ਲਈ। ਰੋਂਦੇ ਜਿਹੜੇ ਹੁਣ ਅਦਮੋਏ ਸਾੜੇ ਜਾ ਰਹੇ ਸੀ, ਆਵਾਜ਼ਾਂ ਤੇ ਆਉਣੀਆਂ ਸੀ, ਆਵਾਜ਼ ਬੱਚੇ ਦੀ ਸੁਣ ਲਈ। ਉਹਨਾਂ ਨੇ ਕੀ ਕੀਤਾ, ਅਲਮਾਰੀ ਦੇ ਅੰਦਰ ਬੱਚਾ ਸੀ, ਪਤਾ ਲੱਗ ਗਿਆ। ਉਹਨਾਂ ਨੇ ਅਲਮਾਰੀ ਤੋੜੀ, ਬੱਚੇ ਨੂੰ ਬਾਹਰ ਕੱਢਿਆ। ਬੱਚੇ ਨੂੰ ਇਦਾਂ ਹੀ ਜੂੜਿਓਂ ਹੀ ਫੜ ਲਿਆ ਉਹਨਾਂ ਨੇ। ਬੱਚਾ ਜਿਉਂਦਾ ਸੀ, ਜਿੱਥੇ ਸਾਰੇ ਹੀ ਸੜ ਰਹੇ ਸਨ ਉਹਦੇ ਵਿੱਚ ਹੀ ਇਦਾਂ ਨਾ ਬੱਚੇ ਨੂੰ ਭਵਾ ਕੇ ਉਹਨਾਂ ਨੇ ਸੁੱਟ ਦਿੱਤਾ। ਜਿਉਂਦਿਆਂ ਜੀ ਉਹ ਬੱਚਾ ਅੱਗ ਦੀ ਭੇਟਾ ਹੋ ਗਿਆ, ਜਿਹੜਾ ਕਿ ਅਜੇ ਬੜਾ ਛੋਟਾ ਜਿਹਾ ਸੀ। ਤੇ ਕੇਰ ਸਿੰਘ ਫੌਜੀ ਦਾ ਲਾਡਲਾ ਪੁੱਤਰ ਸੀ, ਇਕਲੌਤਾ ਪੁੱਤਰ ਸੀ, ਜਿਹਦੀ ਆਪਣੀ ਮਾਂ ਬਹੁਤ ਸਮਾਂ ਪਹਿਲਾਂ ਹੀ ਚੱਲ ਵਸੀ ਸੀ। ਉਸ ਬੱਚੇ ਨੂੰ ਵੀ ਉਹਨਾਂ ਜਰਵਾਣਿਆਂ ਨੇ, ਦੁਸ਼ਟਾਂ ਨੇ, ਉਹਨਾਂ ਪਾਪੀਆਂ ਨੇ ਜਿਉਂਦਿਆਂ ਹੀ ਸਾੜ ਦਿੱਤਾ। ਤਾਂ ਮੈਂ ਸ਼ੁਰੂਆਤ ਵਿੱਚ ਕਿਹਾ ਭਰੋਸੇ ਦਾ ਭਾਂਬੜ ਸਰਦਾਰ ਦਰਬਾਰਾ ਸਿੰਘ ਕਿਤਾਬ ਪੜ੍ਹਿਓ, 16-17 ਮਸਾਂ ਪੇਜ ਹੋਣੇ ਨੇ। ਤੁਹਾਡੀਆਂ ਅੱਖਾਂ 'ਚ ਪਾਣੀ ਨਾ ਆਇਆ ਤਾਂ ਦੱਸਿਓ। ਐਸਾ ਜੀਵਨ ਸੀ ਉਸ ਬੱਚੇ ਦਾ
ਜਿਹੜਾ ਕਿ ਬਹੁਤ ਛੋਟੀ ਉਮਰ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਕਰਦਾ ਹੁੰਦਾ ਸੀ। ਜਿਹੜੇ ਦੋ ਸਿੱਖ ਸਨ, ਭਾਈ ਵਰਿਆਮ ਸਿੰਘ ਤੇ ਦਲੀਪ ਸਿੰਘ, ਕਹਿੰਦੇ ਜਦੋਂ ਕੱਟਾ ਵੱਢ ਹੋ ਰਹੀ ਸੀ ਨਾ ਸਿੰਘਾਂ ਦੀ, ਬੰਦੂਕਾਂ ਚੱਲੀਆਂ ਸਨ ਤੇ ਦਲੀਪ ਸਿੰਘ ਦੌੜਾ ਹੋਇਆ ਆਇਆ ਵਰਿਆਮ ਸਿੰਘ ਨੂੰ, ਉਹਨੇ ਕਿਹਾ ਭਾਣਾ ਵਾਪਰ ਗਿਆ ਲੱਗਦਾ, ਮੈਂ ਬਥੇਰਾ ਰੋਕਿਆ ਸੀ, ਰੁਕ ਜਾਓ, ਨਹੀਂ ਰੁਕੀ ਗੁਰੂ ਦੇ ਪਿਆਰੇ। ਦਲੀਪ ਸਿੰਘ ਆਇਆ, ਘੋੜੇ ਤੇ ਚੜਿਆ ਹੋਇਆ ਸੀ ਇਹ ਦੁਸ਼ਟ ਨਰੈਣੂ ਮਹੰਤ। ਉਹਨੂੰ ਕਿਹਾ ਪਾਪੀਆ ਕੀ ਕੁਕਰਮ ਕਰਦਾ ਪਿਆ। ਮਹੰਤ ਚੰਗਾ ਦੋਸਤ ਸੀ ਦਲੀਪ ਸਿੰਘ ਦਾ। ਦਲੀਪ ਸਿੰਘ ਨੇ ਕਿਹਾ ਮੈਂ ਤੈਨੂੰ ਪੰਥ ਕੋਲੋਂ ਮਾਫ ਕਰਾ ਦਾਂਗਾ, ਅਜੇ ਵੀ ਰੁਕ ਜਾ। ਮਹੰਤ ਦੇ ਕੋਲ ਪਿਸਟਲ ਸੀ, ਉਹਨੇ 4-5 ਗੋਲੀਆਂ ਉਹਦੇ ਵੀ ਮਾਰ ਦਿੱਤੀਆਂ। ਉਸ ਤੋਂ ਬਾਅਦ ਵਰਿਆਮ ਸਿੰਘ, ਉਹਨਾਂ ਦੀ ਵੀ ਸ਼ਹਾਦਤ ਹੋ ਗਈ, ਜਿਨ੍ਹਾਂ ਨੂੰ ਬਾਅਦ 'ਚ ਨਾਲ ਹੀ ਘੁਮਿਆਰਾਂ ਦੇ ਨਾ ਪੱਠੇ ਚੱਲਦੇ ਸਨ ਤੇ ਉੱਥੇ ਸੁੱਟ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ। ਸੋ ਬਹੁਤ ਸਾਰੀਆਂ ਸ਼ਹਾਦਤਾਂ ਇਸ ਤਰ੍ਹਾਂ ਹੋਈਆਂ ਗੁਰੂ ਦੇ ਪਿਆਰਿਓ। ਜਦੋਂ ਦਿਨ ਚੜ੍ਹਿਆ, ਜੰਗਲ 'ਚ ਜਿੱਦਾਂ ਅੱਗ ਫੈਲਦੀ ਨਾ, ਇਦਾਂ ਗੱਲ ਫੈਲ ਗਈ ਚਾਰੇ ਪਾਸੇ। ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਉੱਥੇ ਪਹੁੰਚ ਚੁੱਕੀਆਂ ਸਨ। ਪੁਲਿਸ ਪਹੁੰਚ ਚੁੱਕੀ ਸੀ, ਡਿਪਟੀ ਪਹੁੰਚ ਚੁੱਕਾ ਸੀ ਤੇ ਨਨਕਾਣਾ ਸਾਹਿਬ ਸੀਲ ਕਰ ਦਿੱਤਾ ਵੀ ਆਪਾਂ ਤੁਹਾਨੂੰ ਕਿਸੇ ਨੂੰ ਅੰਦਰ ਜਾਣ ਨਹੀਂ ਦੇਣਾ। ਗੁਰੂ ਦੇ ਪਿਆਰਿਆਂ ਨੇ ਕਿਹਾ ਵੀ ਜਾਂ ਤਾਂ ਜਾਣ ਦਿਓ, ਨਹੀਂ ਤੇ ਆਪਾਂ ਆਪ ਹੀ ਲਾਕ ਤੋੜਨ ਲੱਗੇ ਆ। ਫਿਰ ਅੰਗਰੇਜ਼ ਝੁਕੇ ਤੇ ਲਾਈਨਵਾਜ਼ ਗੁਰੂ ਦੇ ਪਿਆਰਿਆਂ ਨੂੰ, ਜਿਹੜੇ ਕਿ ਸ਼ਹਾਦਤਾਂ ਪਾ ਚੁੱਕੇ ਸਨ, ਉਹਨਾਂ ਦੇ ਦਰਸ਼ਨ ਪੂਰੀ ਸੰਗਤ ਨੇ, ਲੱਖਾਂ ਲੋਕਾਂ ਨੇ ਆ ਕੇ ਉੱਥੇ ਕੀਤੇ। ਤੇ ਅੰਗਰੇਜ਼ਾਂ ਨੇ ਫਿਰ ਉਹ ਜਿਹੜੀਆਂ ਚਾਬੀਆਂ ਸਨ ਉਹ ਗੁਰੂ ਦੇ ਪਿਆਰਿਆਂ ਦੇ ਹੱਥਾਂ ਵਿੱਚ ਦਿੱਤੀਆਂ ਤੇ ਗੁਰੂ ਦੇ ਪਿਆਰਿਆਂ ਨੂੰ ਨਨਕਾਣਾ ਸਾਹਿਬ ਦੀ ਸੇਵਾ ਸੌਂਪ ਦਿੱਤੀ। ਹੁਣ ਸਵਾਲ ਇਹ ਹੈ, ਮਹੰਤ ਕਿੱਥੇ ਗਿਆ? ਮਹੰਤ ਨਰਾਇਣ ਦਾਸ ਦੀ ਇੱਕ ਫੋਟੋ ਹੈ ਗੂਗਲ ਤੇ ਪਈ, ਪਰ ਬਹੁਤ ਘੱਟ ਲੋਕਾਂ ਨੇ ਉਹਨੂੰ ਵੇਖਿਆ। ਉਹ ਦਾਸ ਦੇ ਕੋਲ ਵੀ ਸੇਫ ਹੈ, ਜੇ ਵੇਖਣੀ ਹੋ ਤਾਂ ਮੈਂ ਜ਼ਰੂਰ ਵਿਖਾਵਾਂਗਾ, ਮੇਰੇ ਫੋਨ ਦੇ ਵਿੱਚ ਵੀ ਹੈ। ਮਹੰਤ ਨਰਾਇਣ ਦਾਸ ਕਿੱਥੇ ਗਿਆ? ਕਹਿੰਦੇ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਰਾਤੋਂ ਰਾਤ ਉਹਨੂੰ ਲਾਹੌਰ ਦੀ ਟ੍ਰੇਨ ਦੇ ਵਿੱਚ ਪਾ ਕੇ ਉਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਸ ਜੇਲ੍ਹ ਤੋਂ ਬਾਅਦ ਉਹਨੂੰ ਕਿੱਥੇ ਸ਼ਿਫਟ ਕੀਤਾ, ਉਹ ਕਿੱਥੇ ਗਿਆ, ਕੋਈ ਪਤਾ ਨਹੀਂ ਲੱਗਾ। ਕਹਿਣ ਵਾਲੀਆਂ ਗੱਲਾਂ, ਮਰ ਗਿਆ, ਮੁੱਕ ਗਿਆ, ਕਿੱਦਾਂ, ਪਰ ਉਹ ਗੌਰਮੈਂਟ ਦਾ ਬੰਦਾ ਸੀ, ਉਹਨੂੰ ਕਿੱਥੇ ਭੇਜ ਦਿੱਤਾ ਗਿਆ ਕੋਈ ਪਤਾ ਨਹੀਂ। ਪਰ ਉਸ ਦੁਸ਼ਟ ਨੇ ਜੋ ਕੁਕਰਮ ਕੀਤੇ ਰਹਿੰਦੀ ਦੁਨੀਆ ਤੱਕ ਯਾਦ ਰਹਿਣੇ ਨੇ, ਤੇ ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਸਾਹਮਣੇ ਸਾਡਾ ਸੀਸ ਝੁਕਦਾ ਰਹੇਗਾ। ਇਸ ਲਈ ਆਪਾਂ ਅਰਦਾਸ ਵਿੱਚ ਇੱਕ ਪਹਿਰਾ ਜ਼ਰੂਰ ਪੜ੍ਹਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰੂ ਘਰਾਂ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਉਹਨਾਂ ਦੇ ਲਈ ਆਪਾਂ ਅਰਦਾਸ ਕਰਕੇ ਕਹਿੰਦੇ ਆ, ਤਿਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੋ ਗੁਰੂ ਪਿਆਰਿਓ, ਸਾਡਾ ਇਤਿਹਾਸ ਅਮੋਲਕ ਹੈ। ਇਸ ਤਰ੍ਹਾਂ ਹੀ ਜੈਤੋ ਦਾ ਮੋਰਚਾ ਲੱਗਾ ਸੀ, ਜੈਤੋ ਦੇ ਮੋਰਚੇ ਵਿੱਚ ਵੀ ਬਹੁਤ ਸ਼ਹਾਦਤਾਂ ਹੋਈਆਂ, ਪਰ ਆਖਰਕਾਰ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ। ਪਰ ਉਸ ਜੈਤੋ ਦੇ ਮੋਰਚੇ ਵਿੱਚ ਵੀ ਬਹੁਤ ਸਾਰੇ ਅੱਜ ਵੀ ਉਹ ਪਰਿਵਾਰ ਮੌਜੂਦ ਹੈ ਜਿਨ੍ਹਾਂ ਨੂੰ ਵੱਡੇ ਵੱਡੇ ਪਟੇ ਅੰਗਰੇਜ਼ਾਂ ਨੇ ਦਿੱਤੇ ਸੀ, ਜਿਨ੍ਹਾਂ ਨੇ ਉਸ ਟਾਈਮ ਵੀ ਸਿੱਖਾਂ ਦੇ ਨਾਲ ਧੋਖਾ ਕੀਤਾ ਸਿੱਖੀ ਰੂਪ ਦੇ ਵਿੱਚ ਹੀ। ਪਰ ਕੌਮ ਹਮੇਸ਼ਾ ਜਾਗਦੀ ਰਹੇਗੀ, ਨਿਸ਼ਾਨ ਝੂਲਦੇ ਰਹਿਣੇ ਆ, ਗੁਰੂ ਕੇ ਦਰਬਾਰ ਸੋਹਣੇ ਲੱਗਦੀ ਰਹਿਣੇ ਆ। ਸੋ ਅਰਦਾਸ ਕਰਿਆ ਕਰੋ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਚਰਨਾਂ 'ਚ ਅਸੀਸ ਝੁਕਦਾ ਰਹੇ। ਸੋ 23 ਫਰਵਰੀ ਨੂੰ ਬਾਅਦ ਵਿੱਚ ਉਹਨਾਂ ਸਾਰੇ ਗੁਰੂ ਕੇ ਪਿਆਰਿਆਂ ਦਾ ਸਮੂਹਕ ਸੰਸਕਾਰ ਕੀਤਾ ਗਿਆ ਸੀ, ਅਰਦਾਸ ਬੇਨਤੀ ਕਰਕੇ। ਉਹਨਾਂ ਦੀ ਰਾਖ ਅੱਜ ਵੀ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਹੈ। ਤੇ ਅਰਦਾਸ ਸਰਦਾਰ ਜੋਧ ਸਿੰਘ ਹੋਣਾ ਨੇ ਰੋ ਰੋ ਕੇ 1921 ਫਰਵਰੀ ਨੂੰ ਅਰਦਾਸ ਰੋ ਰੋ ਕੇ ਅਰਦਾਸ ਕੀਤੀ ਸੀ, ਜਿਹੜੀ ਅੰਤਮ ਅਰਦਾਸ ਉਹਨਾਂ ਗੁਰੂ ਕੇ ਪਿਆਰਿਆਂ ਦੀ ਕੀਤੀ। ਜੋ ਜਦੋਂ ਕਿਤੇ ਟਾਈਮ ਮਿਲੇ, ਸਮਾਂ ਮਿਲੇ ਨਨਕਾਣਾ ਸਾਹਿਬ ਜਾਣ ਦਾ, ਤੇ ਸਾਰਾ ਕੁਝ ਜ਼ਰੂਰ ਵੇਖਿਓ, ਦਰਸ਼ਨ ਕਰਕੇ ਆਇਓ।